ਸਤਿ ਸ਼੍ਰੀ ਅਕਾਲ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਮੈਂ ਪਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵੱਡੀ ਖਬਰ, 700 ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ਤੇ ਕੈਨੇਡਾ ਭੇਜਣ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ। ਭਾਰਤ ਅਮਰੀਕਾ ਵਿਚਾਲੇ ਰੱਖਿਆ ਉਤਪਾਦਨ ਟੈਕਨੋਲੋਜੀ ਸਮੇਤ ਕਈ ਖੇਤਰਾਂ 'ਚ ਹੋਏ ਕਈ ਸਮਝੌਤੇ। 2024 ਦੇ ਵਿੱਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ 'ਚ ਮਦਦ ਕਰੇਗਾ ਅਮਰੀਕਾ। ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਬਿਆਨ। ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ ਆਧਾਰ, ਜੀ ਹਾਂ, ਜਿਲ ਬਾਈਡਨ ਦਾ ਬਿਆਨ। ਸਿਆਟਲ ਵਿੱਚ ਜਲਦ ਖੁੱਲੇਗੀ ਭਾਰਤੀ ਐਮਬੈਸੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ। ਕੈਨੇਡੀਅਨ ਯੂਜ਼ਰਸ ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਨਹੀਂ ਕਰ ਸਕਣਗੇ ਖਬਰਾਂ ਤੱਕ ਪਹੁੰਚ। ਭਾਰਤ ਨੂੰ ਹਥਿਆਰਾਂ ਦੀ ਵਿਕਰੀ 'ਚ ਤੇਜ਼ੀ ਲਿਆਉਣ ਨਾਲ ਜੁੜਿਆ ਬਿੱਲ ਅਮਰੀਕੀ ਸੰਸਦ ਵਿੱਚ ਪੇਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਫਰਜ਼ੀ ਦਸਤਾਵੇਜ਼ਾਂ ਤੇ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਜਲੰਧਰ ਦੇ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ 'ਚ ਗ੍ਰਿਫਤਾਰ ਕਰ ਲਿਆ ਗਿਆ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਕੈਨੇਡਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਿਸ਼ਰਾ ਨੂੰ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਨੇ ਫੜਿਆ। ਦੱਸ ਦਈਏ ਕਿ ਬ੍ਰਿਜੇਸ਼ ਮਿਸ਼ਰਾ ਜਲੰਧਰ ਵਿੱਚ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਹੈ। ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਹ ਫਰਾਰ ਹੋਇਆ। ਜਾਲੀ ਕਾਲਜ ਦਾਖਲਾ ਪੱਤਰ ਘੁਟਾਲੇ ਕਾਰਨ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਸੈਂਕੜੇ ਵਿਦਿਆਰਥੀ ਕਥਿਤ ਤੌਰ ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੇ ਨਿਯਮਾਂ ਦੇ ਮੁਤਾਬਕ ਕੈਨੇਡਾ ਪੁੱਜਣ ਤੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਅਤੇ 1 ਸਾਲ ਦੇ ਵਰਕ ਪਰਮਿਟ ਤੇ ਸਖਤ ਮਿਹਨਤ ਦੇ ਨਾਲ ਕੰਮ ਕਰਨ ਦੇ ਨਾਲ 3 ਸਾਲ ਕੈਨੇਡਾ 'ਚ ਬਿਤਾਏ ਨੇ ਅਤੇ ਉਹਨਾਂ ਨੇ ਕੈਨੇਡਾ ਦੀ PR ਲਈ ਅਰਜ਼ੀ ਦਾਖਲ ਕੀਤੀ ਹੈ। ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਜਦੋਂ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ 2018 ਤੋਂ 2022 ਦਰਮਿਆਨ ਪੁੱਜੇ ਕਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਾਲ ਕਈ ਦਸਤਾਵੇਜ਼ ਫਰਜ਼ੀ ਪਾਏ ਗਏ ਨੇ। ਕੈਨੇਡਾ ਸਰਕਾਰ ਨੇ ਇਸ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਨ ਦੇ ਨਾਲ ਹੀ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਲਈ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ, ਜਿਸ ਨੂੰ ਲੈ ਕੇ ਸੂਬੇ ਭਰ 'ਚ ਹੜਕੰਪ ਮਚ ਗਿਆ ਤੇ ਹੁਣ ਇਸ ਦਾ ਮੁੱਖ ਦੋਸ਼ੀ ਕੈਨੇਡਾ ਦੇ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੱਖਿਆ, ਟੈਕਨੋਲੋਜੀ ਅਤੇ ਸੈਮੀ ਕੰਡਕਟਰਾਂ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ 'ਚ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਲਈ ਕਈ ਸਮਝੌਤਿਆਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚ ਭਾਰਤ ਵਿੱਚ ਲੜਾਕੂ ਜੈਟ ਇੰਜਣਾਂ ਦਾ ਸਹਿ ਉਤਪਾਦਨ, ਸੀ-ਗਾਰਡੀਅਨ ਹਥਿਆਰਬੰਦ ਡਰੋਨਾਂ ਦੀ ਖਰੀਦ, ਕੁਆਂਟਮ ਔਰ ਐਡਵਾਂਸ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸੀ, ਪੁਲਾੜ ਖੋਜ ਦੇ ਖੇਤਰਾਂ 'ਚ ਸਹਿਯੋਗ ਸ਼ਾਮਲ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਦੋਹਾਂ ਚੋਟੀ ਦੇ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਬਾਈਡਨ ਤੇ ਮੋਦੀ ਨੇ ਭਾਰਤ ਅਤੇ ਅਮਰੀਕਾ ਦੋ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਦਰਮਿਆਨ ਵਿਸ਼ਵ ਦੀ ਸਭ ਤੋਂ ਨਜ਼ਦੀਕੀ ਸਾਂਝੇਦਾਰੀ 'ਚੋਂ ਇੱਕ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਬਿਆਨ ਦੇ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਸੈਮੀ ਕੰਡਕਟਰ ਸਪਲਾਈ ਚੇਨ ਨੂੰ ਮਜ਼ਬੂਤ ਕਰਨ 'ਚ ਸਹਿਯੋਗ ਕਰਨ ਤੇ ਸਹਿਮਤੀ ਬਣੀ ਹੈ। ਇਸ ਸੰਬੰਧ ਦੇ ਵਿੱਚ US ਮਾਈਕਰੋਚਿਪ ਨਿਰਮਾਤਾ ਮਾਈਕਰੋਨ ਟੈਕਨੋਲੋਜੀ ਭਾਰਤ ਦੇ ਸੈਮੀ ਕੰਡਕਟਰ ਮਿਸ਼ਨ ਪ੍ਰੋਗਰਾਮ ਦੇ ਸਹਿਯੋਗ ਦੇ ਨਾਲ ਭਾਰਤ ਵਿੱਚ $2.75 ਬਿਲੀਅਨ ਸੈਮੀ ਕੰਡਕਟਰ ਅਸੈਂਬਲੀ ਤੇ ਟੈਸਟ ਕੰਪਲੈਕਸ ਦੇ ਵਿਕਾਸ ਵਿੱਚ $800 ਮਿਲੀਅਨ ਦਾ ਨਿਵੇਸ਼ ਕਰੇਗੀ। ਇੱਕ ਹੋਰ ਅਮਰੀਕੀ ਕੰਪਨੀ ਅਪਲਾਈਡ ਮਟੀਰੀਅਲਸ ਨੇ ਭਾਰਤ ਵਿੱਚ ਇੱਕ ਸੈਮੀ ਕੰਡਕਟਰ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਜੋ ਭਾਰਤ ਵਿੱਚ ਵਪਾਰੀਕਰਨ ਅਤੇ ਸੰਬੰਧਿਤ ਤਕਨੀਕਾਂ ਦੇ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ। ਇੱਕ ਹੋਰ LAM ਰਿਸਰਚ ਸਿਮੂਲੇਟਰ ਟੈਕਨੋਲੋਜੀ ਦੇ ਦੁਆਰਾ ਭਾਰਤ ਵਿੱਚ 60,000 ਇੰਜੀਨੀਅਰਸ ਨੂੰ ਸਿਖਲਾਈ ਦੇਗਾ। ਅਮਰੀਕਾ ਨੇ ਖਣਿਜ ਸੁਰੱਖਿਆ ਭਾਈਵਾਲੀ ਦੇ ਸਭ ਤੋਂ ਨਵੇਂ ਮੈਂਬਰਾਂ ਵਜੋਂ ਭਾਰਤ ਦਾ ਸਵਾਗਤ ਕੀਤਾ ਹੈ। MSP ਦੀ ਸਥਾਪਨਾ ਊਰਜਾ ਖੇਤਰ 'ਚ ਵਰਤੇ ਜਾਣ ਵਾਲੇ ਮਹੱਤਵਪੂਰਨ ਖਣਿਜਾਂ ਦੇ ਮਜ਼ਬੂਤ ਅਤੇ ਵਿਭਿੰਨ ਸਰੋਤਾਂ ਦੇ ਆਧਾਰ ਤੇ ਸਪਲਾਈ ਚੇਨ ਦੇ ਵਿਕਾਸ ਨੂੰ ਤੇਜ਼ ਕਰਨ ਲਈ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਕੰਪਨੀ ਐਪਲੀਸੋਨ ਕਾਰਬਨ ਲਿਮਟਿਡ ਅਮਰੀਕਾ ਵਿੱਚ ਵਾਹਨਾਂ ਦੀਆਂ ਬੈਟਰੀਆਂ ਬਣਾਉਣ ਅਤੇ 5 ਸਾਲਾਂ 'ਚ 500 ਕਰਮਚਾਰੀਆਂ ਨੂੰ ਨੌਕਰੀ ਦੇਣ ਦੇ ਲਈ ਇੱਕ ਨਵੀਂ ਫੈਕਟਰੀ 'ਚ $650 ਮਿਲੀਅਨ ਦਾ ਨਿਵੇਸ਼ ਕਰੇਗੀ। ਇਹ ਸਿੰਥੈਟਿਕ ਗ੍ਰੇਫਾਈਟ ਐਨੋਡ ਟੈਕਨੋਲੋਜੀ ਦੀ ਵਰਤੋਂ ਕਰੇਗਾ
ਅਤੇ ਇਲੈਕਟ੍ਰਿਕ ਵਾਹਨ ਬੈਟਰੀ ਉਦਯੋਗ 'ਚ ਅਮਰੀਕਾ 'ਚ ਭਾਰਤ ਦਾ ਸਭ ਤੋਂ ਵੱਡਾ ਨਿਵੇਸ਼ ਹੋਏਗਾ। ਭਾਰਤ ਤੇ ਅਮਰੀਕਾ ਨੇ ਉन्नत ਦੂਰਸੰਚਾਰ ਖੇਤਰ ਲਈ ਸਹਿਯੋਗ ਵਧਾਉਣ ਦੇ ਲਈ 2 ਸੰਯੁਕਤ ਟਾਸਕ ਫੋਰਸਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ। ਇਸ ਵਿੱਚ ਨਿੱਜੀ ਅਤੇ ਸਰਕਾਰੀ ਖੇਤਰਾਂ ਦੇ ਨੁਮਾਇੰਦੇ ਹੋਣਗੇ। ਭਾਰਤ ਦਾ 6G ਅਤੇ ਅਮਰੀਕਾ ਦਾ NextG ਅਲਾਇੰਸ ਸਾਂਝੇ ਤੌਰ ਤੇ ਨਿੱਜੀ ਸਰਕਾਰੀ ਭਾਈਵਾਲ ਦੀ ਅਗਵਾਈ ਕਰੇਗਾ। ਇਹ ਦੂਰਸੰਚਾਰ ਨੈਟਵਰਕਾਂ ਦੀ ਲਾਗਤ ਨੂੰ ਘਟਾਉਣ ਅਤੇ ਸੁਰੱਖਿਆ ਅਤੇ ਮਜ਼ਬੂਤੀ ਨੂੰ ਵਧਾਉਣ ਵਿੱਚ ਮਦਦ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੋਵੇਂ ਦੇਸ਼ 2024 ਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ ਦੇ ਲਈ ਸਹਿਮਤ ਹੋ ਗਏ ਨੇ। ਦੁਬੱਲੀ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਮਜ਼ਬੂਤ, ਨਜ਼ਦੀਕ ਅਤੇ ਗਤੀਸ਼ੀਲ ਨੇ। ਬਾਈਡਨ ਨੇ ਕਿਹਾ ਕਿ ਅਸੀਂ ਮਿਲ ਕੇ ਦੁਨੀਆ ਦਾ ਸਾਂਝਾ ਭਵਿੱਖ ਬਣਾ ਰਹੇ ਹਾਂ। ਇਸ ਵਿੱਚ ਅਸੀਮਤ ਸੰਭਾਵਨਾਵਾਂ ਨੇ। ਸਹਿਯੋਗ ਦੇ ਨਵੇਂ ਖੇਤਰਾਂ ਨੂੰ ਲੱਭਣ ਦੇ ਲਈ ਦੋਵਾਂ ਦੇਸ਼ਾਂ ਦੀ ਸਮਰੱਥਾ ਤੋਂ ਪ੍ਰਭਾਵਿਤ ਹਾਂ। ਪੀਐਮ ਮੋਦੀ ਦੇ ਇਸ ਫੇਰੀ ਦੇ ਨਾਲ ਭਾਰਤ ਅਤੇ ਸੰਯੁਕਤ ਰਾਜ ਦਿਖਾ ਰਹੇ ਨੇ ਕਿ ਕਿਵੇਂ ਉਹ ਦੁਨੀਆ ਭਰ ਵਿੱਚ ਸਕਾਰਾਤਮਕ ਤਬਦੀਲੀ ਅਤੇ ਇੱਕ ਬਿਹਤਰ ਸਥਾਨ ਬਣਾਉਣ ਦੇ ਲਈ ਕੰਮ ਕਰ ਰਹੇ ਨੇ। ਦੋਵੇਂ ਦੇਸ਼ ਕੈਂਸਰ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਲਈ ਨਵੇਂ ਤਰੀਕਿਆਂ ਦੀ ਖੋਜ ਕਰ ਰਹੇ ਨੇ। ਦੋਵੇਂ ਦੇਸ਼ ਪੁਲਾੜ ਖੋਜ ਨਾਲ ਜੁੜੇ ਪ੍ਰੋਜੈਕਟਾਂ ਤੇ ਸਹਿਯੋਗ ਕਰ ਰਹੇ ਨੇ, ਜਿਸ ਵਿੱਚ 2024 ਚ ਇੱਕ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨਾਂ ਭੇਜਣਾ ਵੀ ਸ਼ਾਮਲ ਹੈ। ਇਸ ਸੰਬੰਧੀ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਦੇ ਇਤਿਹਾਸ ਵਿੱਚ ਇਹ ਦਿਨ ਖਾਸ ਹੈ। ਆਰਟੇਮਿਸ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪੁਲਾੜ ਸਹਿਯੋਗ ਵਿੱਚ ਇੱਕ ਵੱਡੀ ਛਾਲ ਮਾਰੀ ਹੈ। ਪੀਐਮ ਮੋਦੀ ਦੇ ਨਾਲ ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਨੇ। ਭਾਰਤ ਨੇ ਆਰਟੇਮਿਸ ਸਮਝੌਤੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਹ ਨਾਗਰਿਕ ਪੁਲਾੜ ਖੋਜ ਦੇ ਮੁੱਦੇ ਤੇ ਸਮਾਨ ਸੋਚ ਵਾਲੇ ਦੇਸ਼ ਨੂੰ ਇਕੱਠਾ ਕਰਦਾ ਹੈ। ਨਾਸਾ ਅਤੇ ਇਸਰੋ 2024 ਦੇ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇੱਕ ਸਾਂਝੇ ਮਿਸ਼ਨ ਤੇ ਸਹਿਮਤ ਹੋਏ ਨੇ। 1967 ਦੀ ਬਾਹਰੀ ਪੁਲਾੜ ਸੰਧੀ ਤੇ ਆਧਾਰਿਤ ਆਰਟੇਮਿਸ ਸੰਧੀ ਗੈਰ ਬਾਈਡਿੰਗ ਸਿਧਾਂਤਾਂ ਦਾ ਇੱਕ ਸਮੂਹ ਹੈ ਜੋ ਨਾਗਰਿਕ ਪੁਲਾੜ ਖੋਜ ਦੀ ਅਗਵਾਈ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ 21ਵੀਂ ਸਦੀ ਵਿੱਚ ਨਾਗਰਿਕ ਪੁਲਾੜ ਖੋਜ ਅਤੇ ਵਰਤੋਂ ਦੀ ਅਗਵਾਈ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਅਤੇ ਦੇਸ਼ ਦੀ ਫਰਸਟ ਲੇਡੀ ਜਿਲ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ ਇੱਕ ਆਧਾਰ ਹੈ। ਨਾਲ ਹੀ ਉਹਨਾਂ ਨੇ ਸਾਰੇ ਭਾਰਤੀਆਂ, ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਜਿਲ ਬਾਈਡਨ ਨੇ ਬੁੱਧਵਾਰ ਨੂੰ ਇਹ ਟਿੱਪਣੀਆਂ ਕੀਤੀਆਂ ਜਦੋਂ ਉਹਨਾਂ ਨੇ ਅਤੇ ਮੋਦੀ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਵੱਲੋਂ ਆਯੋਜਿਤ ਸਕਿਲਿੰਗ ਫਾਰ ਫਿਊਚਰ ਇਵੈਂਟ ਵਿੱਚ ਹਿੱਸਾ ਲਿਆ। NSF ਦੀ ਅਗਵਾਈ ਭਾਰਤੀ ਅਮਰੀਕੀ ਡਾਕਟਰ ਸੇਤੂ ਰਮਨ ਪੰਚਨਾਥਨ ਕਰ ਰਹੇ ਨੇ। ਜਿਲ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਇੱਕ ਦੂਜੇ ਨਾਲ ਸਾਂਝੇਦਾਰੀਆਂ ਅਤੇ ਸੋਧ ਕਰ ਰਹੀਆਂ ਨੇ। ਦੋਵਾਂ ਦੇਸ਼ਾਂ ਦੇ ਵਿਦਿਆਰਥੀ ਇੱਕ ਬਿਹਤਰ ਵਿਸ਼ਵ ਦਾ ਨਿਰਮਾਣ ਕਰ ਰਹੇ ਨੇ। ਇਕੱਠੇ ਮਿਲ ਕੇ ਕੰਮ ਕਰਕੇ ਅਸੀਂ ਹਰ ਕਿਸੇ ਲਈ ਇੱਕ ਸੁਰੱਖਿਅਤ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਦੋਵਾਂ ਮੁਲਕਾਂ ਨੇ ਕਈ ਸਮਝੌਤੇ ਕੀਤੇ। ਵਾਈਟ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਆਪਣੇ 2 ਨਵੇਂ ਸਫਾਰਤਖਾਨੇ ਬੰਗਲੁਰੂ ਅਤੇ ਅਹਿਮਦਾਬਾਦ ਵਿੱਚ ਖੋਲ੍ਹੇਗਾ ਅਤੇ ਭਾਰਤ ਅਮਰੀਕਾ ਦੇ ਸਿਆਟਲ ਸ਼ਹਿਰ ਵਿਖੇ ਆਪਣਾ ਨਵਾਂ ਸਫਾਰਤਖਾਨਾ ਖੋਲ੍ਹੇਗਾ। ਸਵੇਰੇ ਜਦੋਂ ਹੀ ਲੋਕਾਂ ਨੂੰ ਇਸ ਦੀ ਖੁਸ਼ਖਬਰੀ ਮਿਲੀ ਤਾਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਵੱਡੀ ਗਿਣਤੀ 'ਚ ਵਸਦੇ ਭਾਰਤੀ ਲੋਕਾਂ ਦੀ ਇਹ ਮੰਗ ਸੀ ਕਿ ਸਿਆਟਲ ਵਿੱਚ ਭਾਰਤੀ ਐਮਬੈਸੀ ਖੋਲ੍ਹੀ ਜਾਏ, ਕਿਉਂਕਿ ਲੋਕਾਂ ਨੂੰ ਆਪਣੇ ਪਾਸਪੋਰਟ ਤੇ ਵੀਜ਼ਾ ਆਦਿ ਦੇ ਕੰਮਾਂ ਦੇ ਲਈ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿਖੇ ਭਾਰਤੀ ਐਮਬੈਸੀ ਜਾਣਾ ਪੈਂਦਾ ਸੀ। ਟੋਰਾਂਟੋ ਟੈਕ ਕੰਪਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਆਨਲਾਈਨ ਨਿਊਜ਼ ਐਕਟ ਬਿੱਲ C-18 ਦੇ ਲਾਗੂ ਹੋਣ ਤੋਂ ਪਹਿਲਾਂ ਉਹ ਸਾਰੇ ਕੈਨੇਡੀਅਨ ਯੂਜ਼ਰਸ ਦੇ ਲਈ ਆਪਣੀ ਸੋਸ਼ਲ ਮੀਡੀਆ ਸਾਈਟ ਤੇ ਖਬਰਾਂ ਤੱਕ ਪਹੁੰਚ ਨੂੰ ਖਤਮ ਕਰ ਦੇਗੀ। ਬਿੱਲ C-18 ਤੇ ਸ਼ਾਹੀ ਮੋਹਰ ਵੀ ਲੱਗ ਗਈ ਹੈ ਅਤੇ ਇਹ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ ਤਹਿਤ ਮੈਟਾ ਤੇ ਗੂਗਲ ਵਰਗੀਆਂ ਟੈਕ ਕੰਪਨੀਆਂ ਨੂੰ ਆਪਣੇ ਪਲੇਟਫਾਰਮਸ ਤੇ ਖਬਰਾਂ ਪੋਸਟ ਕਰਨ ਦੇ ਬਦਲੇ ਮੀਡੀਆ ਅਦਾਰਿਆਂ ਨੂੰ ਭੁਗਤਾਨ ਕਰਨਾ ਹੋਏਗਾ।
ਮੈਟਾ ਨੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ਦੌਰਾਨ ਕੈਨੇਡੀਅਨ ਯੂਜ਼ਰਸ ਦੇ ਲਈ ਖਬਰਾਂ ਰੋਕਣਾ ਸ਼ੁਰੂ ਕਰ ਦੇਗੀ, ਪਰ ਇਹ ਤਬਦੀਲੀ ਅਚਾਨਕ ਨਹੀਂ ਹੋਏਗੀ। ਹੁਣ ਜਦੋਂ ਕਿ ਬਿੱਲ ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ, ਕੈਨੇਡੀਅਨ ਹੈਰੀਟੇਜ ਵਿਭਾਗ ਇਸ ਐਕਟ ਦੀ ਵਰਤੋਂ ਅਤੇ ਨਿਯਮਾਂ ਦਾ ਖਰੜਾ ਤਿਆਰ ਕਰੇਗਾ ਅਤੇ ਇਸ ਨੂੰ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰੇਗਾ। ਬਿੱਲ C18 ਨੂੰ ਲਾਗੂ ਹੋਣ ਵਿੱਚ 6 ਮਹੀਨੇ ਲੱਗਣੇ ਚਾਹੀਦੇ ਨੇ। ਬਿੱਲ C18 ਬਾਰੇ ਮੈਟਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀਗਾ ਕਿ ਉਹ ਕੈਨੇਡੀਅਨ ਯੂਜ਼ਰਸ ਦੇ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਨਿਊਜ਼ ਸਮੱਗਰੀ ਨੂੰ ਬਲੌਕ ਕਰੇਗੀ। ਮਿਨਿਸਟਰ ਰੋਡਰਿਗਜ਼ ਨੇ ਇੱਕ ਵੱਖਰੇ ਮੀਡੀਆ ਬਿਆਨ 'ਚ ਕਿਹਾ ਕਿ ਫਿਲਹਾਲ ਮੈਟਾ ਦੇ ਇਸ ਐਕਟ ਤਹਿਤ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਸ਼ਾਹੀ ਮਨਜ਼ੂਰੀ ਤੋਂ ਬਾਅਦ ਫੈਡਰਲ ਸਰਕਾਰ ਇਸ ਕਾਨੂੰਨ ਦੇ ਨਿਯੰਤਰਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ 'ਚ ਸ਼ਾਮਲ ਹੋਏਗੀ। ਅਮਰੀਕੀ ਕਾਂਗਰਸ ਵਿੱਚ ਭਾਰਤ ਨੂੰ ਹਥਿਆਰਾਂ ਦੀ ਵਿਕਰੀ 'ਚ ਤੇਜ਼ੀ ਲਿਆਉਣ ਦੇ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਅਤੇ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਕਿਹਾ ਕਿ ਹੋਰ ਦੇਸ਼ਾਂ ਦੇ ਨਾਲ ਰਣਨੀਤਿਕ ਸਾਂਝੇਦਾਰੀ ਮਜ਼ਬੂਤ ਕਰਨ ਨਾਲ ਉਹਨਾਂ ਦੇ ਸਾਂਝੇ ਸੁਰੱਖਿਆ ਹਿੱਤਾਂ ਦੀ ਰਾਖੀ ਹੋਏਗੀ। ਇਹ ਬਿੱਲ ਅਜਿਹੇ ਸਮੇਂ ਪੇਸ਼ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਦੇ ਸੱਦੇ ਤੇ ਅਮਰੀਕਾ ਦੀ ਆਪਣੀ ਸਰਕਾਰੀ ਯਾਤਰਾ ਤੇ ਨੇ। ਪ੍ਰਤੀਨਿਧ ਸਭਾ ਤੇ ਸੈਨੇਟ ਵਿੱਚ ਪੇਸ਼ ਬਿੱਲ 'ਚ ਹਥਿਆਰਬੰਦ ਨਿਰਯਾਤ ਕੰਟਰੋਲ ਐਕਟ ਤਹਿਤ ਹੋਰ ਦੇਸ਼ਾਂ ਨੂੰ ਫੌਜੀ ਸਮਾਨ ਦੀ ਵਿਕਰੀ ਅਤੇ ਨਿਰਯਾਤ ਬਾਬਤ ਸਮੀਖਿਆ ਅਤੇ ਵਿਕਰੀ ਪ੍ਰਕਿਰਿਆ 'ਚ ਤੇਜ਼ੀ ਲਿਆ ਕੇ ਭਾਰਤ ਨੂੰ ਅਮਰੀਕਾ ਦੇ ਹੋਰ ਸਾਂਝੇਦਾਰ ਅਤੇ ਸਹਿਯੋਗੀ ਦੇਸ਼ਾਂ ਦੇ ਬਰਾਬਰ ਲਿਆਉਣ ਦੀ ਸ਼ਰਤ ਕੀਤੀ ਗਈ ਹੈ। ਇਹ ਬਿੱਲ ਪ੍ਰਤੀਨਿਧ ਸਭਾ 'ਚ ਸੰਸਦ ਮੈਂਬਰ ਮਾਈਕ ਵਾਟਸ, ਰੌਕ ਖੰਨਾ, ਰਾਜਾ ਕ੍ਰਿਸ਼ਨਾ ਮੂਰਤੀ, ਐਂਡੀ ਬਾਰ ਅਤੇ ਮਾਰ ਵੀਸੇ ਨੇ, ਜਦਕਿ ਸੈਨੇਟ ਜਿਸ ਨੂੰ ਮਾਰਕ ਵਾਰਨਰ ਅਤੇ ਜੌਨ ਕਾਰਨਨ ਨੇ ਪੇਸ਼ ਕੀਤਾ। ਵਿਸ਼ਵ ਵਪਾਰ ਸੰਗਠਨ 'ਚ 6 ਵੱਡੇ ਵਪਾਰਕ ਵਿਵਾਦਾਂ ਨੂੰ ਖਤਮ ਕਰਨ ਦਾ ਅਮਰੀਕਾ ਤੇ ਭਾਰਤ ਦਾ ਲਿਆ ਫੈਸਲਾ ਵੱਡੀ ਜਿੱਤ ਹੈ। ਇਸ ਨਾਲ ਦੋਵੇਂ ਦੇਸ਼ਾਂ ਨੂੰ ਫਾਇਦਾ ਹੋਏਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤ ਅਤੇ ਅਮਰੀਕਾ WTO ਵਿੱਚ 6 ਵਪਾਰਕ ਵਿਵਾਦਾਂ ਨੂੰ ਸੁਲਝਾਉਣ ਦੇ ਲਈ ਸਹਿਮਤ ਹੋ ਗਏ ਨੇ। ਦੱਸ ਦਈਏ ਕਿ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਇਆ ਹੈ। WTO ਵਿੱਚ ਦੋਵੇਂ ਦੇਸ਼ ਜਿਹੜੇ 6 ਵਿਵਾਦਾਂ ਨੂੰ ਸੁਲਝਾਉਣ ਦੇ ਲਈ ਸਹਿਮਤ ਹੋਏ ਨੇ, ਉਹਨਾਂ ਵਿੱਚੋਂ 3 ਦੀ ਸ਼ੁਰੂਆਤ ਭਾਰਤ ਅਤੇ 3 ਦੀ ਸ਼ੁਰੂਆਤ ਅਮਰੀਕਾ ਦੁਆਰਾ ਕੀਤੀ ਗਈ ਹੈ ਔਰ ਇਹਨਾਂ ਵਪਾਰਕ ਵਿਵਾਦਾਂ ਵਿੱਚ ਹੌਟ ਰੋਲਡ ਕਾਰਬਨ ਸਟੀਲ ਫਲੈਟ ਉਤਪਾਦਾਂ ਤੇ ਪ੍ਰਤੀਕੂਲ ਉਪਾਅ, ਸੂਰਜੀ ਸੈੱਲਾਂ ਅਤੇ ਮੋਡਿਊਲ ਦੇ ਕੁਝ ਉਪਾਅ, ਨਵਿਆਉਣਯੋਗ ਊਰਜਾ ਖੇਤਰ ਤੇ ਉਪਾਅ, ਨਿਰਯਾਤ ਨਾਲ ਸੰਬੰਧਿਤ ਉਪਾਅ, ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਕੁਝ ਉਪਾਅ ਸ਼ਾਮਲ ਨੇ। ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਇਹ ਭਾਰਤ ਲਈ ਵੱਡੀ ਜਿੱਤ ਹੈ ਅਤੇ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਹੈ। ਹੁਣ ਵਿਸ਼ਵ ਵਪਾਰ ਸੰਗਠਨ ਵਿੱਚ ਭਾਰਤ ਅਮਰੀਕਾ ਦਾ ਕੋਈ ਵਿਵਾਦ ਲੰਬਿਤ ਨਹੀਂ ਹੈ। ਪੋਲਟਰੀ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਦੋਵੇਂ ਤਰ੍ਹਾਂ ਇਸ ਤੇ ਵਿਚਾਰ ਵਟਾਂਦਰਾ ਕਰ ਰਹੀਆਂ ਨੇ ਅਤੇ ਇਸ ਸਾਲ ਦੇ ਅੰਤ ਤੱਕ ਕੋਈ ਹੱਲ ਕੱਢ ਲੈਣਗੀਆਂ। ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਇਸ ਸਾਲ ਦੇ ਅੰਤ ਤੱਕ ਭਾਰਤ ਅਤੇ ਅਮਰੀਕਾ ਵਿਚਾਲੇ ਕੋਈ ਵਿਵਾਦ ਨਹੀਂ ਰਹੇਗਾ। ਸਾਰੇ 6 ਵੱਡੇ ਵਿਵਾਦ ਸੁਲਝਾ ਲਏ ਗਏ ਨੇ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਅਸੀਂ 2 ਪੱਖੀ ਵਿਵਾਦਾਂ ਨੂੰ ਖਤਮ ਕਰ ਰਹੇ ਹਾਂ। ਮੈਂ ਹਾਰ ਗਿਆ ਸੀ। ਉਹਨਾਂ ਨੇ ਕਿਹਾ ਕਿ ਵਪਾਰ ਨੀਤੀ ਫੋਰਮ ਵਿੱਚ ਗੱਲਬਾਤ ਮੁੜ ਸ਼ੁਰੂ ਹੋਣ ਨਾਲ ਸਾਰਥਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਨੇ। ਅਡਾਨੀ ਸਮੂਹ ਤੇ ਅਮਰੀਕੀ ਰਿਸਰਚ ਫਰਮ ਹਿੰਡਸਬਰਗ ਦੇ ਖੁਲਾਸੇ ਦੇ 5 ਮਹੀਨੇ ਬੀਤ ਚੁੱਕੇ ਨੇ, ਪਰ ਹੁਣ ਵੀ ਹਿੰਡਸਬਰਗ ਕਿਸੇ ਨਾ ਕਿਸੇ ਰੂਪ 'ਚ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਪਰੇਸ਼ਾਨ ਕਰ ਰਿਹਾ। ਅਡਾਨੀ ਦੀ ਕੰਪਨੀ ਨਵੀਂ ਮੁਸ਼ਕਿਲ 'ਚ ਫਸ ਗਈ ਹੈ। ਅਮਰੀਕਾ 'ਚ ਹੁਣ ਅਡਾਨੀ ਦੇ ਵੱਡੇ ਨਿਵੇਸ਼ਕਾਂ ਤੋਂ ਪੁੱਛਗਿੱਛ ਹੋ ਰਹੀ ਹੈ। ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਨਿਊਯਾਰਕ ਬਰੁਕਲਿਨ ਦੇ ਅਮਰੀਕੀ ਅਟਾਰਨੀ ਆਫਿਸ ਨੇ ਅਡਾਨੀ ਗਰੁੱਪ ਦੇ ਵੱਡੇ ਸ਼ੇਅਰ ਹੋਲਡਰਸ ਤੋਂ ਪੁੱਛਗਿੱਛ ਕੀਤੀ ਹੈ। ਅਡਾਨੀ ਦੇ ਨਿਵੇਸ਼ਕਾਂ ਉੱਤੇ ਅਮਰੀਕਾ 'ਚ ਨਿਗਰਾਨੀ ਵਧੀ ਹੈ ਤਾਂ ਅਡਾਨੀ ਦੇ ਸ਼ੇਅਰ ਧੜਮ ਹੋ ਗਏ। ਅਡਾਨੀ ਦੇ 10-10 ਦੇ ਸ਼ੇਅਰ ਫਿਸਲ ਗਏ। ਇਹਨਾਂ ਸ਼ੇਅਰਾਂ 'ਚ ਗਿਰਾਵਟ ਕਾਰਨ ਇੱਕ ਹੀ ਝਟਕੇ 'ਚ ਕੰਪਨੀ ਨੂੰ 52,000 ਕਰੋੜ ਰੁਪਏ ਦਾ ਨੁਕਸਾਨ ਹੋਇਆ। 24 ਜਨਵਰੀ ਨੂੰ ਹਿੰਡਸਬਰਗ ਨੇ ਅਡਾਨੀ ਸਮੂਹ ਨੂੰ ਲੈ ਕੇ तमाम ਖੁਲਾਸੇ ਕੀਤੇ ਸਨ। ਇਹਨਾਂ ਖੁਲਾਸਿਆਂ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਦੇ ਲਈ ਅਡਾਨੀ ਸਮੂਹ ਨੇ ਵਿਦੇਸ਼ਾਂ 'ਚ ਰੋਡ ਸ਼ੋਅ ਕੀਤਾ। ਲੱਗਿਆ ਸਭ ਠੀਕ ਹੋ ਰਿਹਾ, ਪਰ ਇੱਕ ਵਾਰ ਫਿਰ ਅਡਾਨੀ ਨੂੰ ਵੱਡਾ ਝਟਕਾ ਲੱਗਾ। ਰੋਡ ਸ਼ੋਅ ਦੌਰਾਨ ਉਹਨਾਂ ਨੇ ਨਿਵੇਸ਼ਕਾਂ ਦੇ ਨਾਲ ਗੱਲਬਾਤ ਕੀਤੀ ਸੀ। ਹੁਣ ਇਸ ਉੱਤੇ ਅਮਰੀਕੀ ਰੈਗੂਲੇਟਰੀ ਦੀ ਨਜ਼ਰ ਪਈ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਨਿਊਯਾਰਕ ਬਰੁਕਲਿਨ ਦੇ ਅਮਰੀਕੀ ਅਟਾਰਨੀ ਆਫਿਸ ਅਡਾਨੀ ਦੇ ਵੱਡੇ ਨਿਵੇਸ਼ਕਾਂ ਤੋਂ ਪੁੱਛਗਿੱਛ ਹੋ ਰਹੀ ਹੈ ਤਾਂ ਕਿ ਉਹਨਾਂ ਦੀ ਅਡਾਨੀ ਸਮੂਹ ਦੇ ਨਾਲ ਕੀ ਗੱਲਬਾਤ ਹੋਈ ਹੈ ਇਸ ਬਾਰੇ ਪਤਾ ਲੱਗੇ। ਇੱਕ ਜਾਂਚ ਅਮਰੀਕੀ ਬਾਜ਼ਾਰ ਰੈਗੂਲੇਟਰੀ ਸਿਕਿਉਰਿਟੀਜ਼ ਐਂਡ ਐਕਸਚੇਂਜ ਵੀ ਕਰ ਰਹੀ ਹੈ। ਅਮਰੀਕਾ ਦੇ ਨਿਊਯਾਰਕ ਸਥਿਤ US ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਅਡਾਨੀ ਸਮੂਹ 'ਚ ਪੈਸਾ ਲਾਉਣ ਵਾਲੇ ਨਿਵੇਸ਼ਕਾਂ ਦੀ ਜਾਂਚ ਕਰ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਤੇ ਨੇ। ਵੀਰਵਾਰ ਨੂੰ ਪੀਐਮ ਮੋਦੀ ਨੇ ਵਾਈਟ ਹਾਊਸ ਵਿਖੇ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਦੇ ਦੁਆਰਾ ਮੇਜ਼ਬਾਨੀ ਕੀਤੇ ਇੱਕ ਸਟੇਟ ਡਿਨਰ ਵਿੱਚ ਸ਼ਿਰਕਤ ਕੀਤੀ। ਦੋਵੇਂ ਦੇਸ਼ਾਂ ਦਰਮਿਆਨ ਵੱਧਦੀ ਦੋਸਤੀ ਨੂੰ ਦਰਸਾਉਣ ਦੇ ਲਈ ਨਿਊਯਾਰਕ ਵਿੱਚ ਭਾਰਤੀ ਦੂਤਘਰ ਨੂੰ ਤਿਰੰਗੇ ਦੇ ਰੰਗ ਵਿੱਚ ਰੌਸ਼ਨ ਕੀਤਾ ਗਿਆ। ਦੂਤਘਰ ਦੀ ਇਮਾਰਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਰਤ ਦੇ ਕੌਂਸੂਲੇਟ ਜਨਰਲ ਨਿਊਯਾਰਕ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ ਲਿਖਿਆ ਕਿ ਨਿਊਯਾਰਕ ਵਿੱਚ ਭਾਰਤ ਦੀ ਇਮਾਰਤ ਤਿਰੰਗੇ ਦੇ ਰੰਗਾਂ 'ਚ ਚਮਕ ਰਹੀ ਹੈ, ਜੋ ਹਿਸਟੋਰਿਕ ਸਟੇਟ ਵਿਜ਼ਿਟ 2023 ਯਾਨੀ ਕਿ 2023 ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਯੁਕਤ ਰਾਜ ਵਿੱਚ ਸਵਾਗਤ ਕਰਦੀ ਹੈ। ਭਾਰਤ ਅਮਰੀਕਾ ਦੋਸਤੀ ਜ਼ਿੰਦਾਬਾਦ। ਇੱਕ ਫਾਲੋ ਅਪ ਪੋਸਟ ਵਿੱਚ ਦੂਤਘਰ ਨੇ ਨਿਆਗਰਾ ਫਾਲਸ ਦਾ ਇੱਕ ਵੀਡੀਓ ਸਾਂਝਾ ਕੀਤਾ ਜੋ ਸ਼ਾਨਦਾਰ ਦਿਖਾਈ ਦੇ ਰਿਹਾ। ਵੀਡੀਓ ਨਾਲ ਜੁੜੇ ਟੈਕਸਟ ਵਿੱਚ ਲਿਖਿਆ ਹੈ, ਭਾਰਤ ਅਮਰੀਕਾ ਭਾਈਵਾਲੀ 2023 ਦੀ ਇਤਿਹਾਸਕ ਰਾਜ ਫੇਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਅਤੇ ਭਾਰਤ ਦੇ ਝੰਡੇ ਦੇ ਰੰਗਾਂ 'ਚ ਡੁੱਬੇ ਇੰਡੀਆ USA ਫਰੈਂਡਸ਼ਿਪ ਦਾ ਜਸ਼ਨ ਮਨਾਉਂਦੇ ਹੋਏ ਆਤਿਸ਼ਬਾਜ਼ੀ ਦੇ ਵਿਚਕਾਰ ਸ਼ਾਨਦਾਰ ਨਿਆਗਰਾ ਫਾਲਸ ਸ਼ਾਨਦਾਰ ਦਿਖਾਈ ਦਿੰਦਾ ਹੈ। ਇੱਥੇ ਦੱਸ ਦਈਏ ਕਿ ਨਿਊਯਾਰਕ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਐਮਪਾਇਰ ਸਟੇਟ ਬਿਲਡਿੰਗ ਨੂੰ ਵੀ ਭਾਰਤੀ ਰਾਸ਼ਟਰੀ ਝੰਡੇ ਦੇ ਰੰਗ ਵਿੱਚ ਰੋਸ਼ਨਾਇਆ ਗਿਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਦੇ ਦੁਆਰਾ ਆਯੋਜਿਤ ਸਟੇਟ ਡਿਨਰ ਦੇ ਵਿੱਚ ਐਪਲ ਦੇ CEO ਟਿਮ ਕੁਕ, ਗੂਗਲ ਦੇ CEO ਸੁੰਦਰ ਪਿਚਾਈ ਅਤੇ ਮਾਈਕਰੋਸਾਫਟ ਦੇ ਸਤਿਆ ਨਡੇਲਾ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਇੱਕ ਸ਼ਾਕਾਹਾਰੀ, ਫਰਸਟ ਲੇਡੀ ਜਿਲ ਬਾਈਡਨ ਨੇ ਮੈਨੂ ਬਣਾਉਣ ਦੇ ਲਈ ਗੈਸਟ ਸ਼ੈਫ ਨੀਨਾ ਕਰਟਿਸ ਸੈਕਰਾਮੈਂਟੋ ਕੈਲੀਫੋਰਨੀਆ ਆਧਾਰਿਤ ਰਸੋਈ ਕਲਾਰਕ ਦੇ ਨਾਲ ਕੰਮ ਕੀਤਾ, ਜੋ ਉਹਨਾਂ ਦੇ ਨਵੀਨਤਾਕਾਰੀ ਪੌਦੇ ਆਧਾਰਿਤ ਪਕਵਾਨਾਂ ਲਈ ਜਾਣੀ ਜਾਂਦੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਅਮਰੀਕਾ ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਇੱਥੇ ਵਿਦੇਸ਼ ਵਿਭਾਗ ਦੇ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਕਮਲਾ ਹੈਰਿਸ ਨੇ ਕਿਹਾ ਕਿ ਮੈਂ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡੀ ਵਚਨਬੱਧਤਾ ਦੇ ਲਈ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਤੁਹਾਡੀ ਅਤੇ ਰਾਸ਼ਟਰਪਤੀ ਬਾਈਡਨ ਦੀ ਅਗਵਾਈ ਵਿੱਚ ਇਸ ਵਚਨਬੱਧਤਾ ਨੂੰ ਸਾਂਝਾ ਕਰਦੇ ਹਾਂ। ਸਾਡੀ ਸਾਂਝੇਦਾਰੀ ਇਸ ਤੋਂ ਕਿਤੇ ਜ਼ਿਆਦਾ ਵਿਸਤ੍ਰਿਤ ਹੋ ਗਈ ਹੈ। ਬੀਤੇ ਦਿਨੀ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਇੱਕ ਵੱਡੀ ਅਪਡੇਟ ਸਾਹਮਣੇ ਆਈ। ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੁਤਾਬਕ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋ ਨਕਾਬਪੋਸ਼ ਕੁਗਰ ਕ੍ਰੀਕ ਪਾਰਕ ਵੱਲ ਭੱਜੇ ਤੇ 101 ਸਟਰੀਟ ਤੇ 68 ਐਵਨਿਊ ਇਲਾਕੇ 'ਚ ਇੱਕ ਗੱਡੀ ਉਹਨਾਂ ਦੀ ਉਡੀਕ ਕਰ ਰਹੀ ਸੀ, ਜਿਸ ਵਿੱਚ ਬੈਠ ਕੇ ਉਹ ਫਰਾਰ ਹੋ ਗਏ। ਜਾਂਚਕਰਤਾਵਾਂ ਦੇ ਮੁਤਾਬਕ ਕਤਲ ਤੋਂ ਪਹਿਲਾਂ ਸ਼ੱਕੀਆਂ ਦੀ ਗੱਡੀ ਇਲਾਕੇ 'ਚ ਮੌਜੂਦ ਸੀ, ਜਿਸ ਦੀਆਂ ਤਸਵੀਰਾਂ ਕਿਸੇ ਨਾ ਕਿਸੇ ਡੈਸ਼ ਕੈਮ ਜਾਂ ਘਰਾਂ ਵਿੱਚ ਲੱਗੇ ਕੈਮਰਿਆਂ 'ਚ ਕੈਦ ਜ਼ਰੂਰ ਹੋਈਆਂ ਹੋਣਗੀਆਂ। ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਸੰਬੰਧੀ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਮਦਦ ਦੇ ਲਈ ਅੱਗੇ ਆਵੇ। ਸਾਰਜੈਂਟ ਟਿਮੋਥੀ ਪਿਓਟੀ ਨੇ ਇਹ ਸਾਫ਼ ਕੀਤਾ ਹੈ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਉੱਥੇ ਦੂਜੇ ਪਾਸੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਲੋਕ ਸੁਰੱਖਿਆ ਮੰਤਰੀ ਮਾਰਕੋ ਨੂੰ ਖੁੱਲੀ ਚਿੱਠੀ ਲਿਖਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਹੋਏ ਕਤਲ ਮਗਰੋਂ ਸਿੱਖ ਚਿੰਤਤ ਨੇ ਅਤੇ ਪਹਿਲਾਂ ਨਾਲੋਂ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਲੋਕ ਸੁਰੱਖਿਆ ਮੰਤਰੀ ਦਾ ਫਰਜ਼ ਬਣਦਾ ਹੈ ਕਿ ਕੈਨੇਡਾ ਵਾਸੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ। ਹਰਦੀਪ ਸਿੰਘ ਨਿੱਜਰ ਕਤਲकांड ਦੀ ਤਹਿ ਤੱਕ ਜਾਣ ਦੇ ਲਈ ਲੋਕ ਸੁਰੱਖਿਆ ਮੰਤਰੀ ਆਪਣੀਆਂ ਤਾਕਤਾਂ ਦੀ ਵਰਤੋਂ ਕਰਨ ਅਤੇ ਮੀਡੀਆ ਰਿਪੋਰਟਾਂ ਵਿੱਚ ਲੱਗੇ ਦੋਸ਼ਾਂ ਦੀ ਪੜਤਾਲ ਕੀਤੀ ਜਾਏ। ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੌਮੀ ਸੁਰੱਖਿਆ ਸਲਾਹਕਾਰ ਦੇ ਉਸ ਬਿਆਨ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀਗਾ ਕਿ ਕੈਨੇਡਾ ਵਿੱਚ ਦਖਲ ਦੇਣ ਵਾਲੀਆਂ ਵਿਦੇਸ਼ੀ ਤਾਕਤਾਂ 'ਚ ਭਾਰਤ ਵੀ ਸ਼ਾਮਲ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਦਿਨਾਂ ਦੌਰੇ ਤੋਂ ਬਾਅਦ ਹੁਣ ਉਹ ਮਿਸਰ ਦੇ ਲਈ ਰਵਾਨਾ ਹੋਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਨੂੰ ਕਈ ਮਾਇਨਿਆਂ ਤੋਂ ਖਾਸ ਮੰਨਿਆ ਜਾ ਰਿਹਾ। ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦਾ ਤੀਜਾ ਦਿਨ ਸੀ ਅਤੇ ਇਸ ਦੌਰਾਨ ਉਹਨਾਂ ਨੇ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਦੇ ਨਾਲ ਮੀਟਿੰਗ ਕੀਤੀ। ਇਸ ਮੁਲਾਕਾਤ ਦੇ ਵਿੱਚ ਉਹਨਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੀ ਮੌਜੂਦ ਸੀ। ਜੋ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਤੋਹਫਾ ਦਿੱਤਾ ਅਤੇ ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਉਦਯੋਗਪਤੀਆਂ ਅਤੇ ਵਪਾਰਕ ਨੇਤਾਵਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਵਿਸ਼ੇਸ਼ AI ਟੀ-ਸ਼ਰਟ ਤੋਹਫੇ ਵਜੋਂ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਤਸਵੀਰ ਆਪਣੇ ਟਵਿੱਟਰ ਤੇ ਸ਼ੇਅਰ ਕੀਤੀ ਹੈ। ਇਹ ਟੀ-ਸ਼ਰਟ ਲਾਲ ਰੰਗ ਦੀ ਹੈ ਅਤੇ ਇਸ ਤੇ ਦਾ ਫਿਊਚਰ ਇਜ਼ AI ਅਮਰੀਕਾ ਐਂਡ ਇੰਡੀਆ ਲਿਖਿਆ ਹੋਇਆ ਹੈ।
ਜਦੋਂ ਅਮਰੀਕੀ ਰਾਸ਼ਟਰਪਤੀ ਮੋਦੀ ਨੂੰ ਇਹ ਟੀ-ਸ਼ਰਟ ਤੋਹਫੇ ਵਿੱਚ ਦੇ ਰਹੇ ਸਨ ਤਾਂ ਉਹਨਾਂ ਦੇ ਕੋਲ ਬੈਠੇ ਉਦਯੋਗਪਤੀ ਤਾੜੀਆਂ ਵਜਾ ਰਹੇ ਸੀ। ਇਸ ਤੋਂ ਇਲਾਵਾ ਦੋਵੇਂ ਆਗੂ ਮੁਸਕਰਾ ਰਹੇ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਜੋ ਬਾਈਡਨ ਦੇ ਨਾਲ ਇਸ ਮੀਟਿੰਗ ਵਿੱਚ ਐਪਲ ਦੇ CEO ਟਿਮ ਕੁਕ, ਮਾਈਕਰੋਸਾਫਟ ਦੇ CEO ਸਤਿਆ ਨਡੇਲਾ, ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਸਮੇਤ ਕਈ ਲੋਕ ਮੌਜੂਦ ਸੀ। ਪੀਐਮ ਮੋਦੀ ਨੇ ਟਵਿੱਟਰ ਤੇ ਤੋਹਫਾ ਪ੍ਰਾਪਤ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, ਭਵਿੱਖ AI ਦਾ ਹੈ, ਭਾਵੇਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਫਿਰ ਅਮਰੀਕਾ ਭਾਰਤ। ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਇਹ ਸਾਡੇ ਦੇਸ਼ ਨੂੰ ਮਜ਼ਬੂਤ ਕਰਦਾ ਹੈ ਤੇ ਪੂਰੇ ਗ੍ਰਹਿ ਨੂੰ ਲਾਭ ਹੁੰਦਾ ਹੈ। ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਲਈ ਇੱਕ ਲੰਚ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਵੀ ਜ਼ਿਕਰ ਕੀਤਾ। ਆਡੀਟੋਰੀਅਮ ਦੇ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਮਿੰਡੀ ਕਲਿੰਗ ਦੀ ਕਾਮੇਡੀ ਤੇ ਹੱਸਦੇ ਹਾਂ ਅਤੇ ਕੋਚੇਲਾ ਵਿੱਚ ਦਲਜੀਤ ਦੋਸਾਂਝ ਦੀਆਂ ਧੁਨਾਂ ਤੇ ਨੱਚਦੇ ਹਾਂ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਗੇ ਕਿਹਾ ਕਿ ਅਮਰੀਕਾ ਤੇ ਭਾਰਤ ਲਾਜ਼ਮੀ ਸਾਂਝੇਦਾਰ ਬਣ ਗਏ ਨੇ, ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ। ਸਾਡੇ ਲੋਕ ਮੌਕੇ ਤੇ ਵਿਸ਼ਵਾਸ ਕਰਦੇ ਨੇ। ਐਂਟਨੀ ਬਲਿੰਕਨ ਨੇ ਕਿਹਾ ਕਿ ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ, ਸਾਡੇ ਲੋਕ ਮੌਕੇ ਤੇ ਡੂੰਘਾ ਵਿਸ਼ਵਾਸ ਵੀ ਕਰਦੇ ਨੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਆ ਜਾਂ ਅਸੀਂ ਕਿੱਥੋਂ ਆਏ ਹਾਂ, ਅਸੀਂ ਆਪਣੇ ਆਪ ਤੋਂ ਕੁਝ ਕੀ ਬਣ ਸਕਦੇ ਹਾਂ। ਉਹਨਾਂ ਨੇ ਅਮਰੀਕਾ ਤੇ ਭਾਰਤ ਦੀਆਂ ਸਾਂਝੀਆਂ ਉਮੀਦਾਂ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਤੇ ਪੀਐਮ ਮੋਦੀ ਨੇ ਕਿਹਾ, ਸਾਡੀ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਯੋਗਦਾਨ ਅਦਭੁਤ ਹੈ। ਭਾਰਤ ਤੇ ਅਮਰੀਕਾ ਨੇ ਰੱਖਿਆ ਅਤੇ ਰਣਨੀਤਿਕ ਖੇਤਰਾਂ 'ਚ ਆਪਸੀ ਸਹਿਯੋਗ ਦਾ ਦਾਇਰਾ ਹੋਰ ਵਧਾਇਆ, ਵਿਸ਼ਵਾਸ ਨਾਲ ਕੰਮ ਕਰ ਰਹੇ ਹਾਂ। ਪਾਕਿਸਤਾਨ ਦੇ ਰੱਖਿਆ ਮੰਤਰੀ ख्वाजा आसिफ ਨੇ ਕਿਹਾ ਕਿ ਸਰਕਾਰ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦਾ ਜਵਾਬ ਜ਼ਰੂਰ ਦੇਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਵਾਈਟ ਹਾਊਸ 'ਚ ਉਕਤ ਨੇਤਾਵਾਂ ਵੱਲੋਂ ਦਿੱਤਾ ਬਿਆਨ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ। ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ख्वाजा आसिफ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ ਅਤੇ ਸੰਯੁਕਤ ਰਾਸ਼ਟਰ ਤੇ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਮੌਕੇ ਉਹਨਾਂ ਨੇ ਕਸ਼ਮੀਰ ਨੂੰ ਲੈ ਕੇ ਵੀ ਜ਼ਹਿਰ ਉਗਲਿਆ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਖਿਲਾਫ ਜੰਗ ਵਿੱਚ ਅਮਰੀਕਾ ਦਾ ਸਾਥ ਦਿੱਤਾ। ਜੰਗ ਦੇ ਨਤੀਜੇ ਵਜੋਂ ਸਾਡੇ ਦੇਸ਼ ਵਿੱਚ ਅੱਤਵਾਦ ਫੈਲਿਆ ਅਤੇ ਪਾਕਿਸਤਾਨ ਅੱਜ ਵੀ ਅੱਤਵਾਦ ਖਿਲਾਫ ਲੜ ਰਿਹਾ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਅੱਤਵਾਦ ਖਿਲਾਫ ਪਾਕਿਸਤਾਨ ਦੀ ਭੂਮਿਕਾ ਨੂੰ ਯਾਦ ਰੱਖਣਾ ਚਾਹੀਦਾ ਹੈ। ਕੈਨੇਡਾ ਵਿਖੇ ਬੀਤੇ ਦਿਨ ਆਪਣੀ ਧੀ ਦੀ ਗ੍ਰੈਜੂਏਸ਼ਨ ਪੂਰੀ ਹੋਣ ਦਾ ਜਸ਼ਨ ਮਨਾਉਣ ਤੋਂ ਇੱਕ ਹਫ਼ਤਾ ਬਾਅਦ ਸ੍ਰੀਲੰਕਾ ਨਾਲ ਪਿਛੋਕੜ ਰੱਖਣ ਵਾਲਾ ਇੱਕ ਵਿਅਕਤੀ $35 ਮਿਲੀਅਨ ਦੀ ਜਿਹੜੀ ਲੋਟਰੀ ਹੈ ਉਸ ਦਾ ਜੇਤੂ ਬਣ ਗਿਆ। ਜੇਤੂ ਜਸਿੰਗੇ ਜੋ ਵਿੰਸਟਰ ਓਨਟਾਰੀਓ 'ਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਅਤੇ ਇੱਕ ਰਿਟੇਲ ਵਰਕਰ ਹੈ। ਉਸਨੇ ਕਿਹਾ ਕਿ ਜਦੋਂ ਤੋਂ ਉਹ ਕੈਨੇਡਾ ਆਇਆ ਉਹ ਲੋਟਰੀ ਵਿੱਚ ਕਈ ਸਾਲਾਂ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਸੀ ਅਤੇ ਉਸਨੂੰ ਹਮੇਸ਼ਾ ਉਮੀਦ ਸੀ ਕਿ ਇੱਕ ਦਿਨ ਉਸਦੀ ਵੀ ਕਿਸਮਤ ਖੁੱਲੇਗੀ ਅਤੇ ਉਸਨੂੰ ਵੱਡਾ ਇਨਾਮ ਮਿਲੇਗਾ। ਜਸਿੰਗੇ ਨੇ ਕਿਹਾ ਕਿ ਉਸਨੇ ਲੋਟੋ ਮੈਕਸ ਨਾਂ ਦੀ ਇਹ ਜੇਤੂ ਟਿਕਟ ਟੈਕੁਮਸੇ ਰੋਡ ਤੋਂ ਮੈਕ ਦੀ ਸੁਵਿਧਾ ਨਾਮੀ ਸਟੋਰ ਤੋਂ ਖਰੀਦੀ ਸੀ ਅਤੇ ਡਰਾਅ ਤੋਂ ਬਾਅਦ ਅਗਲੇ ਦਿਨ ਉਸਨੂੰ ਅਤੇ ਉਸਦੀ ਪਤਨੀ ਨੂੰ ਪਤਾ ਲੱਗਾ ਕਿ ਵਿੰਸਟਰ ਤੋਂ ਕਿਸੇ ਨੇ ਜੈਕਪਾਟ ਜਿੱਤਿਆ ਹੈ। ਜਸਿੰਗੇ ਨੇ ਕਿਹਾ ਕਿ ਉਸਨੂੰ ਅਸਲ ਵਿੱਚ ਜਿੱਤਣ ਦੀ ਉਮੀਦ ਨਹੀਂ ਸੀ, ਪਰ ਜਦੋਂ ਉਹ ਆਪਣੀ ਟਿਕਟ ਸਕੈਨ ਕਰਨ ਦੇ ਲਈ ਸਟੋਰ ਤੇ ਗਿਆ ਤਾਂ ਇਨਾਮ ਦੇਖ ਕੇ ਉਹ ਦੰਗ ਰਹਿ ਗਿਆ। ਇਸ ਲਈ ਉਹ ਆਪਣੀ ਟਿਕਟ ਸਕੈਨ ਕਰਦਾ ਰਿਹਾ ਤੇ ਸਕਰੀਨ ਤੇ ਸਾਰੇ ਜ਼ੀਰੋ ਗਿਣਦਾ ਰਿਹਾ। ਵਿਸ਼ਵਾਸ ਹੋਣ ਤੇ ਉਸਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਅਤੇ ਉਸਦੀਆਂ ਅੱਖਾਂ 'ਚ ਹੰਝੂ ਆ ਗਏ। ਜਸਿੰਗੇ ਨੂੰ ਤੁਰੰਤ ਆਪਣੇ ਬੀਤੇ ਦਿਨਾਂ ਦੀ ਯਾਦ ਆ ਗਈ। ਉਸਨੇ ਕਿਹਾ ਕਿ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਐਡਾ ਵੱਡਾ ਯਾਨੀ ਕਿ 35 ਮਿਲੀਅਨ ਦਾ ਲੋਟੋ ਮੈਕਸ ਜੈਕਪਾਟ ਜਿੱਤਿਆ ਹੈ। ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਐਬਸਟਫੋਰਡ ਨਿਵਾਸੀ ਹੋਣਹਾਰ ਪੰਜਾਬਣ ਵਿਦਿਆਰਥਣ ਰਵਨੀਤ ਕੌਰ ਸੋਹਲ ਨੂੰ ਵਿਦਿਅਕ ਖੇਤਰ 'ਚ ਉੱਚ ਸਨਮਾਨ ਗਵਰਨਰ ਜਨਰਲ ਸਿਲਵਰ ਮੈਡਲ ਦੇ ਕੇ ਨਿਵਾਜਿਆ। ਕੈਨੇਡਾ ਦੇ ਗਵਰਨਰ ਜਨਰਲ ਵੱਲੋਂ ਅਕਾਦਮਿਕ ਖੇਤਰ 'ਚ ਸਨਮਾਨ ਹਰ ਸਾਲ ਉਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੜ੍ਹਾਈ ਵਿੱਚ ਉੱਚ ਦਰਜੇ ਦੇ ਅੰਕ ਪ੍ਰਾਪਤ ਕੀਤੇ ਹੋਣ। ਦਸ਼ਮੇਸ਼ ਪੰਜਾਬੀ ਸਕੂਲ ਦੀ ਵਿਦਿਆਰਥਣ ਰਹੀ ਰਵਨੀਤ ਕੌਰ ਸੋਹਲ ਨੇ ਯੂਨੀਵਰਸਿਟੀ ਆਫ ਫਰੇਜ਼ਰ ਵਾਲੀ ਤੋਂ ਟੌਪ ਅੰਕਾਂ 'ਚ ਕੈਂਸੋਲੋਜੀ ਦੀ ਡਿਗਰੀ ਹਾਸਲ ਕੀਤੀ ਤੇ ਆਉਂਦੇ ਸਤੰਬਰ ਮਹੀਨੇ 'ਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ओकनागन कैंपस विखे डॉक्टरी की पढ़ाई शुरू करेगी। दशमेश पंजाबी स्कूल एबसटफोर्ड की प्रिंसीपल जसपाल सिंह धालीवाल ने दस्सिया कि रवनीत कौर शुरू तो ही पढ़ाई बहुत हुशियार सी ते 12वीं जमात च उसनूं UBC प्रेजिडेंटल स्कॉलर्स अवार्ड तहत $30,000 का वजीफा भी मिलिया। श्री गुरु रामदास जी अंतरराष्ट्रीय हवाई अड्डे ते वीरवार दोपहर तो बिजली की हॉटलाइन सप्लाई तकरीबन पूरी तरह
ਠੱਪ ਰਹੀ। ਵੀਰਵਾਰ ਦੇਰ ਰਾਤ ਹੌਟਲਾਈਨ 'ਚ ਆਈ ਤਕਨੀਕੀ ਖਰਾਬੀ ਨੂੰ ਠੀਕ ਕਰ ਦਿੱਤਾ ਗਿਆ, ਪਰ ਫਿਰ ਵੀ ਸ਼ੁੱਕਰਵਾਰ ਦਿਨ ਭਰ ਵਾਰ-ਵਾਰ ਬਿਜਲੀ ਸਪਲਾਈ 'ਚ ਵਿਘਨ ਪੈਂਦਾ ਰਿਹਾ। ਏਅਰਪੋਰਟ ਅਥਾਰਟੀ ਦੇ ਕੋਲ 2 ਜਨਰੇਟਰ ਨੇ, ਜਿਨ੍ਹਾਂ 'ਚੋਂ ਇੱਕ ਬਹੁਤ ਜ਼ਿਆਦਾ ਲੋਡ ਕਾਰਨ ਬੰਦ ਹੋ ਗਿਆ, ਜਿਸ ਨੂੰ ਠੀਕ ਕਰਨ ਦੇ ਲਈ ਦਿੱਲੀ ਤੋਂ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਵੀ ਪਹੁੰਚੀਆਂ। ਹਾਲਾਂਕਿ ਇਸ ਨਾਲ ਜਹਾਜ਼ਾਂ ਦੀ ਆਵਾਜਾਈ ਜਾਂ ਹਵਾਈ ਅੱਡੇ ਦੇ ਕੰਮਕਾਜ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ, ਪਰ ਹਵਾਈ ਅੱਡਾ, ਟਰਮੀਨਲ ਅਤੇ ਵੇਟਿੰਗ ਏਰੀਆ 'ਚ 에ਅਰ ਕੰਡੀਸ਼ਨਰ ਨਾ ਚੱਲਣ ਕਾਰਨ ਭਿਆਨਕ ਗਰਮੀ 'ਚ ਯਾਤਰੀ ਪਸੀਨੇ ਨਾਲ ਭਿੱਜ ਗਏ। ਹਵਾਈ ਅੱਡੇ ਤੇ ਇੱਕ ਯਾਤਰੀ ਨੇ ਵੀਰਵਾਰ ਨੂੰ ਵੀਡੀਓ ਬਣਾ ਕੇ ਇਸ ਨੂੰ ਇੰਟਰਨੈਟ ਮੀਡੀਆ ਤੇ ਵਾਇਰਲ ਵੀ ਕੀਤਾ ਤਾਂ ਅਧਿਕਾਰੀ ਹਰਕਤ ਵਿੱਚ ਆ ਗਏ। ਯਾਤਰੀਆਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਏਅਰਪੋਰਟ ਅਥਾਰਟੀ ਨੂੰ ਇਸ ਬਾਰੇ ਸ਼ਿਕਾਇਤ ਵੀ ਦਿੱਤੀ ਹੈ, ਪਰ ਸਮੱਸਿਆ ਦਾ ਪੁਖਤਾ ਹੱਲ ਨਹੀਂ ਕੱਢਿਆ ਗਿਆ। ਅਥਾਰਟੀ ਦਾ ਇਹੋ ਜਵਾਬ ਰਿਹਾ ਕਿ ਏਸੀ ਪੂਰੀ ਤਰ੍ਹਾਂ ਠੀਕ ਨੇ, ਪਰ ਬਿਜਲੀ ਸਪਲਾਈ ਨਾ ਹੋਣ ਕਾਰਨ ਇਹ ਚੱਲ ਨਹੀਂ ਰਹੇ। ਇਸ ਸੰਬੰਧੀ ਹਵਾਈ ਅੱਡੇ ਦੀ ਕਾਰਜਕਾਰੀ ਨਿਰਦੇਸ਼ਕ ਰੀਤੂ ਸ਼ਰਮਾ ਨੇ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ਤੇ ਪ੍ਰਬੰਧ ਕਰਨ ਦੇ ਲਈ ਉਹਨਾਂ ਕੋਲ 2 ਜਨਰੇਟਰ ਨੇ। ਇਹਨਾਂ 'ਚੋਂ ਇੱਕ 300 ਅਤੇ ਦੂਜਾ 600 ਹਾਰਸ ਪਾਵਰ ਦਾ ਹੈ। ਇਹਨਾਂ 'ਚੋਂ ਇੱਕ ਬਹੁਤ ਜ਼ਿਆਦਾ ਲੋਡ ਹੋਣ ਕਾਰਨ ਬੰਦ ਹੋ ਗਿਆ ਹੈ। ਹੁਣ ਇੱਕ ਜਨਰੇਟਰ ਕੰਮ ਕਰ ਰਿਹਾ ਹੈ, ਜਿਸ ਦੀ ਵਰਤੋਂ ਰਡਾਰ, 에ਅਰ ਟ੍ਰੈਫਿਕ ਕੰਟਰੋਲ ਸਮੇਤ ਹੋਰ ਜ਼ਰੂਰੀ ਕੰਮਾਂ ਲਈ ਕੀਤੀ ਜਾ ਰਹੀ ਸੀ। ਬਿਜਲੀ ਨਾ ਆਉਣ ਕਾਰਨ ਹਵਾਈ ਅੱਡੇ ਦੇ ਏਸੀ ਨਹੀਂ ਚੱਲ ਰਹੇ ਸੀ। ਉਹਨਾਂ ਨੇ ਕਿਹਾ ਕਿ ਬੰਦ ਪਏ ਜਨਰੇਟਰ ਨੂੰ ਠੀਕ ਕਰਨ ਲਈ ਦਿੱਲੀ ਤੇ ਚੰਡੀਗੜ੍ਹ ਤੋਂ ਜਿਹੜੀਆਂ ਟੀਮਾਂ ਉਹ ਪਹੁੰਚੀਆਂ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।